ਤੁਸੀਂ ਦੇਖ ਰਹੇ ਹੋ ਜੀ ਚੈਨਲ ਨਿਊਜ਼ 28 ਟੀ ਪੰਜਾਬ। ਜਿਸ ਤਰ੍ਹਾਂ ਕਿ ਵਿਧਾਨ ਸਭਾ ਵੋਟਾਂ ਨੂੰ ਮੁੱਖ ਰੱਖਦਿਆਂ ਹੋਇਆਂ ਹਰ ਇੱਕ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਮਾਂ ਦੀ ਸੂਚੀ ਭੇਜੀ ਜਾ ਰਹੀ ਹੈ। ਇਸੇ ਨੂੰ ਤਲੀ ਦੇ ਤਹਿਤ ਪੀਪਲ ਪਾਰਟੀ ਆਫ ਪੰਜਾਬ ਜੋ ਕਿ ਡੈਮੋਕ੍ਰੈਟਿਕ ਪਾਰਟੀ ਹੈ, ਉਹਨਾਂ ਵੱਲੋਂ ਵੀ ਆਮਰਗੜ੍ਹ ਹਲਕੇ ਤੋਂ ਆਪਣੇ ਉਮੀਦਵਾਰ ਦੀ ਘੋਸ਼ਣਾ ਕੀਤੀ ਗਈ ਹੈ, ਜੋ ਕਿ ਪਿੰਡ ਬੌੜਾਈ ਤੋਂ ਇਹ ਉਮੀਦਵਾਰ ਜੋ ਕਿ ਇੱਕ ਆਰਮੀ ਦੇ ਰਿਟਾਇਰ ਅਫਸਰ ਹਨ। ਸੋ ਸਾਨੂੰ ਗੱਲ ਕਰਾਵਾਂਗੇ ਇਹਨਾਂ ਦੇ ਨਾਲ। ਦੇਖ ਰਹੇ ਹੋ ਸਾਡਾ ਚੈਨਲ ਨਿਊਜ਼ 28 ਪੰਜਾਬ। ਸਾਡੇ ਚੈਨਲ ਨੂੰ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਜੀ। ਧੰਨਵਾਦ ਜੀ। ਜੀ ਤੁਸੀਂ ਦੇਖ ਰਹੇ ਹੋ ਚੈਨਲ ਨਿਊਜ਼ 28 ਪੰਜਾਬ। ਮੈਂ ਤੁਹਾਡਾ ਆਪਣਾ ਸਰਬਜੀਤ ਸਿੰਘ ਟੋਲਾ। ਅੱਜ ਅਸੀਂ ਪਹੁੰਚੇ ਹਾਂ ਪਿੰਡ ਰਹੀੜਾ ਵਿਖੇ, ਜਿੱਥੇ ਕਿ ਹਰ ਇੱਕ ਕੈਂਡੀਡੇਟ ਵੱਲੋਂ ਜਿਵੇਂ ਕਿ ਇਲੈਕਸ਼ਨ ਦਾ ਦੌਰ ਚੱਲਦਾ ਆਪਣੇ ਪ੍ਰਚਾਰ ਕੀਤੇ ਹਨ। ਇੱਥੇ ਵੀ ਜਿਵੇਂ ਆਪਾਂ ਮੰਨ ਕੇ ਚੱਲੀਏ ਵੀ ਪੀਪਲਜ਼ ਪਾਰਟੀ ਆਫ ਇੰਡੀਆ ਵੱਲੋਂ ਜੋ ਕਿ ਡੈਮੋਕ੍ਰੈਟਿਕ ਪਾਰਟੀ ਹੈ, ਉਹਨਾਂ ਵੱਲੋਂ ਆਪਣਾ ਉਮੀਦਵਾਰ ਐਲਾਨੇ ਗਏ ਨੇ। ਗੱਲ ਕਰਾਵਾਂਗੇ ਜੋ ਕਿ ਬਹੁਤ ਹੀ ਇਮਾਨਦਾਰ ਅਤੇ ਸੂਝਵਾਨ ਇਨਸਾਨ ਹਨ, ਪੜ੍ਹੇ ਲਿਖੇ ਇਨਸਾਨ ਹਨ, ਜੋ ਕਿ ਅੰਬੇਡਕਰਵਾਦੀ ਸੋਚ ਦੇ ਮਾਲਕ ਹਨ। ਤੁਹਾਡੀ ਗੱਲ ਕਰਾਵਾਂਗੇ ਉਹਨਾਂ ਦੇ ਨਾਲ, ਉਹਨਾਂ ਦਾ ਆਪਣੀ ਪਾਰਟੀ ਸੰਬੰਧੀ ਅਤੇ ਆਪਣੇ ਇਲੈਕਸ਼ਨ ਸੰਬੰਧੀ ਕੀ ਕਹਿਣਾ ਹੈ। ਸਰ ਕੀ ਨਾਂ ਜੀ ਆਪਣਾ? ਸਭ ਤੋਂ ਪਹਿਲਾਂ ਜੀ ਜੈ ਭੀਮ ਜੈ ਸੰਵਿਧਾਨ। ਮੈਂ ਕਮਲਜੀਤ ਸਿੰਘ, ਪੀਪਲਸ ਪਾਰਟੀ ਆਫ ਇੰਡੀਆ ਡੈਮੋਕ੍ਰੇਟਿਵ ਹਲਕਾ ਇੰਚਾਰਜ ਅਮਰਗੜ੍ਹ ਜੀ। ਅਤੇ ਮਤਲਬ ਪੀਪਲਸ ਪਾਰਟੀ ਆਫ ਇੰਡੀਆ ਵੱਲੋਂ ਮਤਲਬ ਉਮੀਦਵਾਰ ਦੇ ਤੌਰ 'ਤੇ ਮੈਂ ਵੀ ਇਸ ਵਾਰ MLA ਦੇ ਜੋ ਵਿਧਾਨ ਸਭਾ ਚੋਣਾਂ ਆ ਰਹੀਆਂ ਨੇ ਉਹਦੇ ਵਿੱਚ ਮੈਂ ਵੀ ਮਤਲਬ ਟਿਕਟ ਲੜ ਰਿਹਾ ਜੀ। ਜਿਵੇਂ ਕਿ ਹੁਣ ਸਾਰੇ ਕੈਂਡੀਡੇਟਾਂ ਵੱਲੋਂ ਆਪਣਾ ਪੂਰਜ਼ੋਰ ਜੋ ਲਾਇਆ ਜਾ ਰਿਹਾ, ਪਰ ਮੈਂ ਇੱਕ ਗੱਲ ਦੇਖੀ ਆ ਵੀ ਬਹੁਤ ਸਾਰੇ ਜੋ ਕੈਂਡੀਡੇਟ ਆਉਂਦੇ ਨੇ ਵੋਟਾਂ ਵਕਤ ਬੜੇ ਵਾਅਦੇ ਕਰਦੇ ਨੇ, ਦਾਅਵੇ ਕਰਦੇ ਨੇ ਗਰੀਬ ਲੋਕਾਂ ਦੇ ਨਾਲ, ਪਰ ਉਹਨਾਂ ਨੂੰ ਜਦੋਂ ਉਹ ਕਿਸੇ ਮੁਕਾਮ 'ਤੇ ਪਹੁੰਚ ਜਾਂਦੇ ਨੇ ਤਾਂ ਮੇਰੇ ਮੁਤਾਬਕ ਉਹਨਾਂ ਨੂੰ ਸਰਮਾਏਦਾਰ ਦਿੰਦੇ ਨੇ, ਗਰੀਬ ਲੋਕਾਂ ਨੂੰ ਤਾਂ ਭੁੱਲ ਹੀ ਜਾਂਦੇ ਨੇ। ਮੈਨੂੰ ਲੱਗਦਾ ਵੀ ਤੁਸੀਂ ਅੰਬੇਡਕਰਵਾਦੀ ਸੋਚ ਦੇ ਮਾਲਕ ਹੋ, ਅੰਬੇਡਕਰਵਾਦੀ ਪਾਰਟੀ ਦੇ ਨਾਲ ਜੁੜੇ ਹੋਏ ਹੋ। ਕੀ ਤੁਹਾਡੇ ਵਿਚਾਰ ਪਾਰਟੀ ਪ੍ਰਤੀ ਜਾਂ ਲੋਕਾਂ ਪ੍ਰਤੀ ਕੀ ਹੋਣਗੇ? ਲੋਕਾਂ ਪ੍ਰਤੀ ਜੀ ਦੇਖੋ, ਅਸੀਂ ਮੈਂ ਇੱਕ ਫੌਜੀ ਜੀਵਨ ਨਾਲ ਸੰਬੰਧਿਤ ਹਾਂ ਅਤੇ ਆਪਣੀ ਜ਼ਿੰਦਗੀ ਦੇ 17 ਸਾਲ ਸਰਕਾਰ ਦੀ ਮਤਲਬ ਸਰਕਾਰ ਨੂੰ ਦੇਣ ਦੇ ਬਾਅਦ ਜਦੋਂ ਅਸੀਂ ਸਮਾਜ ਦੇ ਵਿੱਚ ਪੈਨਸ਼ਨ ਆਏ ਹਾਂ ਤਾਂ ਹਾਲਾਤ ਇਹੀ ਨੇ ਸਾਡੇ ਲੋਕਾਂ ਨੂੰ, ਜੋ ਹਜੇ ਦੀਆਂ ਮਤਲਬ ਰਵਾਇਤੀ ਸਰਕਾਰਾਂ ਚੱਲ ਰਹੀਆਂ ਨੇ, ਕਾਂਗਰਸ ਨੇ, ਅਕਾਲੀ ਨੇ, ਜੋ ਵੀ ਨੇ, ਇਹਨਾਂ ਨੇ ਗਲੀਆਂ ਨਾਲੀਆਂ ਦੇ ਵਿੱਚ ਹੀ ਸਾਡੇ ਸਮਾਜ ਨੂੰ ਉਲਝਾਇਆ ਹੋਇਆ। ਨੌਕਰੀ ਦੀ ਲੋੜ ਹੈ ਕਿਹਨੂੰ ਆ? ਸਾਡੇ ਮਜ਼ਦੂਰ ਤਬਕੇ ਨੂੰ। ਮਜ਼ਦੂਰ ਤਬਕਾ ਸਾਡਾ ਵਿਚਾਰਾ ਦਿਨੋਂ ਦਿਨ ਮਤਲਬ ਹੋਰ ਗਰੀਬ ਹੁੰਦਾ ਜਾ ਰਿਹਾ। ਇਹਨਾਂ ਦੀ ਨਾ ਤਾਂ ਕੋਈ ਪੜ੍ਹਾਈ, ਨਾ ਹੀ ਕੋਈ ਇਹਨਾਂ ਨੂੰ ਰੁਜ਼ਗਾਰ ਕਿਸੇ ਵੀ ਤਰ੍ਹਾਂ ਦਾ ਕੋਈ ਮੁਹੱਈਆ ਨਹੀਂ ਕਰਵਾ ਰਿਹਾ, ਜਿਸ ਦੀ ਬਦੌਲਤ ਸਾਨੂੰ ਵੀ ਜਾਣੀ ਮਤਲਬ ਮੈਂ ਖੁਦ ਵਲੰਟੀਅਰ ਹੋਣ ਦੇ ਨਾਤੇ ਇਸ ਸਮਾਜ ਦੇ ਲਈ, ਸਾਡੇ ਸਮਾਜ ਦੇ ਲਈ ਖੜ੍ਹਿਆ ਵਾਂ ਤਾਂ ਕਿ ਸਾਡੇ ਅਸੀਂ ਕੋਈ ਗਰੀਬ ਬੱਚਿਆਂ ਵਾਸਤੇ ਸੋਚ ਸਕੀਏ। ਦੇਖੋ, ਸਾਡੇ ਲਈ ਕਿਸੇ ਨੇ ਅਮਰੀਕਾ ਕੈਨੇਡਾ ਤੋਂ ਨਹੀਂ ਆਉਣਾ। ਸਾਡੇ ਲਈ ਸਾਨੂੰ ਆਪਦੇ ਹੱਕ ਆਪ ਹੀ ਉੱਠ ਕੇ ਲੈਣੇ ਪੈਣੇ ਨੇ। ਜੇਕਰ ਸਾਡੀਆਂ ਸਰਕਾਰਾਂ ਚੰਗੀਆਂ ਹੋਣ ਤਾਂ ਸਾਨੂੰ ਪਹਿਲੀ ਗੱਲ, ਮੈਨੂੰ ਕੋਈ MLA ਬਣਨ ਵਾਸਤੇ ਨਹੀਂ ਮੈਂ ਆਇਆ। ਮੈਂ ਸਿਰਫ ਇਹ ਚਾਹੁੰਦਾ ਵੀ ਸਾਡੇ ਸਮਾਜ ਦੇ ਜੋ ਲੋਕ ਨੇ, ਜੋ ਗਰੀਬ ਵਰਗ ਆ, ਜਿਹਦੇ ਵਿੱਚ ਚਾਹੇ ਕਿਸਾਨ ਭਾਈਚਾਰਾ, ਚਾਹੇ ਮਜ਼ਦੂਰ ਵਰਗ ਹੈ, ਲੋੜ ਸਾਨੂੰ ਹੈ ਨੌਕਰੀਆਂ ਦੀ, ਸਾਡੇ ਬੱਚਿਆਂ ਨੂੰ ਆ। ਜੇ ਸਾਡੀਆਂ ਆਉਣ ਵਾਲੀਆਂ ਫਸਲਾਂ ਨੂੰ ਨੌਕਰੀ ਰੁਜ਼ਗਾਰ ਨਹੀਂ ਦਿੱਤੇ ਜਾਣਗੇ ਤਾਂ ਉਹਨਾਂ ਨੂੰ ਫਿਰ ਸਰਕਾਰੀ ਸਕੂਲਾਂ ਦੇ ਵਿੱਚ ਮੁਫਤ ਪੜ੍ਹਾਉਣ ਦਾ ਜੋ ਵੀ ਆ ਰਿਹਾ, ਫ੍ਰੀ ਦੇ ਵਿੱਚ 1000 ਰੁਪਈਆ ਦੂੰ, ਕੋਈ 2-2000 ਰੁਪਈਆ ਦੂੰ, 300 ਯੂਨਿਟ ਮਾਫ ਕਰ ਦੂੰ, ਐਂ ਕਰ ਦੂੰ, ਉਹ ਕਰ ਦੂੰ, ਇਸ ਤਰ੍ਹਾਂ ਦੇ ਲੋਲੀਪੌਪ ਦੇਣ ਵਾਲੀਆਂ ਸਰਕਾਰਾਂ ਦੇ ਵਿਰੁੱਧ ਅਸੀਂ ਆਵਾਜ਼ ਚੱਕੀ ਹੈ। ਅਸੀਂ ਚਾਹੁੰਦੇ ਹਾਂ ਵੀ ਦੇਖੋ ਵੀ ਸਾਡੇ ਸਮਾਜ ਦੇ ਬੱਚੇ ਉੱਠਣ, ਇਸ ਦੇਸ਼ ਦੀ ਤਰੱਕੀ ਦੇ ਵਿੱਚ ਤਾਂ ਹੀ ਉਹ ਸਹਿਯੋਗ ਪਾ ਸਕਣਗੇ, ਯੋਗਦਾਨ ਪਾ ਸਕਣਗੇ, ਜੇ ਉਹਨਾਂ ਦੀ ਜੇਬ ਦੇ ਵਿੱਚ ਕੋਈ ਆਮਦਨ ਹੋ, ਕੁਝ ਆਮਦਨ ਹੋ। ਦੇਖੋ, ਇਸੇ ਬਾਬਤ ਹੀ ਅਸੀਂ ਪੀਪਲਸ ਪਾਰਟੀ ਆਫ ਇੰਡੀਆ ਡੈਮੋਕ੍ਰੇਟਿਵ ਵੱਲੋਂ ਜਾਣੀ ਅਸੀਂ ਆਪਦੇ ਗਰੀਬ ਵਰਗ ਲਈ ਜ਼ਿਆਦਾ ਸੋਚ ਰਹੇ ਹਾਂ ਵੀ ਇਹਨਾਂ ਨੂੰ ਅਸੀਂ ਵਾਅਦੇ ਨਹੀਂ ਦਾਅਵੇ ਕਰ ਰਹੇ ਹਾਂ ਵੀ ਇਹਨਾਂ ਨੂੰ ਨੰਬਰ 1 ਰੋਜ਼ਗਾਰ, ਕਾਰਖਾਨੇ, ਸਵੇ ਰੋਜ਼ਗਾਰ ਹਰ ਪਿੰਡ ਵਿੱਚ, ਹਰ ਹਾਲਤ ਦੇ ਵਿੱਚ ਅਸੀਂ ਸਥਾਪਿਤ ਕਰਾਂਗੇ ਜੇਕਰ ਸਾਡੀ ਸਰਕਾਰ ਬਣਦੀ ਆ। ਦੇਖੋ, ਘੱਟੋ ਘੱਟ ਜਿਵੇਂ ਹੁਣ ਆਪਣੇ ਕੇਜਰੀਵਾਲ ਸਾਹਿਬ ਕਹਿ ਰਹੇ ਆ ਬਈ ਜਦੋਂ ਕੋਈ MLA ਬਣਦਾ ਤਾਂ 7 ਤੋਂ 15 ਕਰੋੜ ਤੱਕ ਰੁਪਈਆ ਉਹਦੇ ਕੋਲੇ ਆ ਜਾਂਦਾ। ਅਤੇ ਕੀ ਗੱਲ, ਉਹ ਫਿਰ ਬੰਦਾ ਸਮਾਜ ਵਾਸਤੇ ਕਿਉਂ ਨਹੀਂ ਸੋਚ ਰਿਹਾ? ਪਿੰਡਾਂ ਦੇ ਵਿੱਚ 10 ਤੋਂ 15 ਲੱਖ ਦੇ ਵੀ ਕੋਈ ਛੋਟੇ ਕਾਰਖਾਨੇ ਲਾਏ ਹੋਣ, 15-20 ਬੱਚੇ ਸਾਡੇ ਉੱਥੇ ਹੀ ਸੈੱਟ ਹੋ ਸਕਦੇ ਆ। ਉਹਨਾਂ ਨੂੰ ਵਿਦੇਸ਼ਾਂ ਭੱਜਣ ਦੀ ਲੋੜ ਕਿਉਂ ਪੈ ਰਹੀ ਆ? ਨੌਜਵਾਨ ਆਪਦੇ ਆਲਣੇ ਨੂੰ ਛੱਡ ਕੇ ਕਿਉਂ ਵਿਦੇਸ਼ਾਂ 'ਚ ਭੱਜ ਰਹੇ ਨੇ, ਧੱਕੇ ਖਾ ਰਹੇ ਨੇ ਵਿਚਾਰੇ, ਉੱਥੇ ਵੀ ਜਾ ਕੇ ਮਿਹਨਤ ਮਜ਼ਦੂਰੀ ਕਰ ਰਹੇ ਨੇ, ਸਰਕਾਰਾਂ ਕੰਮ ਲੈ ਰਹੀਆਂ ਨੇ। ਸਾਡੀ ਪੂਰੇ ਜੋ ਦੇਸ਼ ਦੀ ਆਈਲੈਟਸ ਕਰਕੇ, ਮਤਲਬ ਕਰਕੇ ਜੋ ਵੀ ਆ ਵਿਦੇਸ਼ਾਂ ਨੂੰ ਬੱਚੇ ਭੱਜ ਰਹੇ ਨੇ, ਜਦ ਕਿ ਉਹ ਪੜ੍ਹੇ ਲਿਖੀ ਸੋਚਦੇ ਬੱਚੇ ਜਿਨ੍ਹਾਂ ਨੇ ਸਾਡੇ ਸਮਾਜ ਲਈ ਲੜਨਾ ਹੈ ਨਾ। ਅਤੇ ਇਹਨਾਂ ਨੂੰ, ਸਾਡੇ ਲੋਕਾਂ ਨੂੰ ਸਿਰਫ ਧਰਮ ਜਾਤੀਆਂ ਦੇ ਵਿੱਚ ਹੀ ਉਲਝਾਇਆ ਹੋਇਆ ਵਾ। ਦੇਖੋ, ਇਨਸਾਨ ਸਭ ਇੱਕੋ ਹੀ ਨੇ। ਮੈਂ ਇਨਸਾਨੀਅਤ ਨੂੰ ਤਵੱਜੋ ਦਿੰਦਾ। ਮੈਂ ਜੇਕਰ ਤੁਸੀਂ ਚਾਹੋ, ਮੈਂ ਖੁਦ ਇੱਕ ਮਜ਼ਦੂਰ ਭਾਈਚਾਰੇ 'ਚੋਂ ਰਵਿਦਾਸੀਆ ਸਿੱਖ ਪਰਿਵਾਰ 'ਚੋਂ ਬਿਲੋਂਗ ਕਰਦਾ, ਪਰ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਵੀ ਮੈਂ ਜਾਤੀਵਾਦ ਦੇ ਬਿਲਕੁਲ ਖਿਲਾਫ ਹਾਂ। ਮੈਂ ਸਿਰਫ ਦੇਖੋ, ਕੋਈ ਵੀ ਬੰਦਾ ਹੋਵੇ, ਚਾਹੇ ਉਹ ਬ੍ਰਾਹਮਣਵਾਦੀ ਹੋਵੇ, ਚਾਹੇ ਕੋਈ ਵੀ ਹੋਵੇ, ਕਿਸੇ ਵੀ ਬੰਦੇ ਦੇ ਵਿੱਚ 206 ਦੀ ਥਾਂ 'ਤੇ 207 ਹੱਡੀਆਂ ਹੋਣ, ਮੇਰੇ ਕੋਲ ਆਵੇ, ਅਸੀਂ ਜੋ ਵੀ ਅਸੀਂ ਉਹਦਾ ਮਾਣ ਸਤਿਕਾਰ ਕਰਾਂਗੇ ਵੀ ਇਹ ਅਲੱਗ ਜਾਤੀ ਦਾ। ਸਭ ਦਾ ਖੂਨ ਇੱਕੋ ਜਿਹਾ, ਸਭ ਨੂੰ ਜਾਣੀ ਜੋ ਸਾਡੇ ਪਹਿਲਾਂ ਬਜ਼ੁਰਗਾਂ ਨੇ ਬ੍ਰਾਹਮਣਵਾਦੀ ਨੀਤੀਆਂ ਨੇ ਸਾਨੂੰ ਮਤਲਬ ਪਿੱਛੇ ਕਰ ਦਿੱਤਾ
ਤਾਂ ਸਾਡੀ ਬੇਨਤੀ ਆ ਸਮਾਜ ਅੱਗੇ, ਸਰਕਾਰਾਂ ਅੱਗੇ, ਵੀ ਥੋੜ੍ਹਾ ਜਿਹਾ ਬੱਚਿਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਏ ਜਾਣ ਤਾਂ ਕਿ ਉਹ ਥੋੜ੍ਹਾ ਉੱਠ ਸਕਣ ਅਤੇ ਨੌਕਰੀਆਂ ਅਦਾਰੇ ਖੋਲ੍ਹੇ ਜਾਣ। ਜੋ ਵੀ ਆ ਜਿਹੜੀ ਵੀ ਸਰਕਾਰ ਹੁਣ ਸੈਂਟਰ ਦੀ ਸਰਕਾਰ ਆ, ਉਹ ਸਾਡੇ ਬੱਚਿਆਂ ਨੂੰ ਨਿੱਜੀਕਰਨ ਦੇ ਤੌਰ 'ਤੇ ਘਰੋਂ ਘਰੀ ਬਿਠਾਈ ਜਾ ਰਹੀ ਆ। ਰੇਲਵੇ ਉਹ ਨਿੱਜੀਕਰਨ ਹੋ ਗਿਆ, ਕਦੇ ਉਹ ਪੋਰਟ ਵੇਚਤਾ, ਕਦੇ ਕੁਝ ਵੇਚਤਾ, ਤੇ ਸਾਨੂੰ ਖੜਨ ਦੀ ਲੋੜ ਕਿਉਂ ਪਈ ਆ? ਇਸੇ ਬਾਬਤ ਹੀ ਅਸੀਂ ਖੜ ਰਹੇ ਹਾਂ। ਨੰਬਰ ਜਿਵੇਂ ਕਿ ਤੁਹਾਡੀ ਗੱਲ ਵਿਚਾਲੇ ਆ, ਜਿਵੇਂ ਸਾਰੀਆਂ ਪਾਰਟੀਆਂ ਤੁਸੀਂ ਕਹਿੰਦੇ ਵੀ ਜਿਵੇਂ ਭਗਵੰਤ ਮਾਨ ਨੇ ਕਹਤਾ ਮੈਂ 2000 ਦਊਂਗਾ, ਸੁਖਬੀਰ ਬਾਦਲ ਨੇ ਕਹਤਾ ਮੈਂ 2000 ਦਊਂਗਾ, ਤੁਹਾਨੂੰ ਇਹ ਨਹੀਂ ਲੱਗਦਾ ਕਿ ਵੀ ਸਾਡੇ ਲੋਕਾਂ ਨੂੰ ਕੰਮਾਂ ਕਰਨ ਤੋਂ ਨਕਾਰਾ ਕੀਤਾ ਜਾ ਰਿਹਾ? ਫਰੀ ਕੁਛ ਦੇਣ ਦੇ ਨਾਲੋਂ ਸਾਡੇ ਲੋਕਾਂ ਨੂੰ, ਸਾਡੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾਣ, ਉਹ ਕੰਮਾਂ ਕਰਨ ਦੇ ਉੱਤੇ ਲੈ ਜਾਣ, ਤਾਂ ਉਹ ਸਾਰੇ ਚੀਜ਼ਾਂ ਮੁੱਲ ਆਪ ਖਰੀਦ ਸਕਦੇ ਨੇ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜੀ ਬਿਲਕੁਲ, ਦੇਖੋ ਜੇ ਅੱਜ ਦੇ ਸਮੇਂ ਨੂੰ ਮੰਨ ਕੇ ਚੱਲੀਏ, ਤਕਰੀਬਨ ਪਿਛਲੀ ਵਾਰ ਦਾ ਜੋ ਮਤਲਬ ਕਣਕ ਦਾ ਰੇਟ ਲਾ ਲਓ, ਕੋਈ ਜ਼ਿਆਦਾ ਨਹੀਂ, 20 ਤੋਂ 25 ਰੁਪਏ ਕਿਲੋ ਹੀ ਲਾ ਲਓ। ਜੇਕਰ ਤੁਸੀਂ 20 ਰੁਪਏ ਕਿਲੋ ਕਣਕ ਦੇ ਹਿਸਾਬ ਨਾਲ ਆਪਦੀ 30 ਕਿਲੋ ਕਣਕ ਮਤਲਬ 600-700 ਰੁਪਏ ਦੀ ਤੁਸੀਂ ਆਪਦੀ ਕਣਕ ਨਹੀਂ ਖਰੀਦ ਸਕਦੇ। ਜੇ ਤੁਹਾਡੇ ਕੋਲੇ 10 ਤੋਂ 15 ਹਜ਼ਾਰ ਦੀ ਨੌਕਰੀ ਹੋਵੇ ਤਾਂ ਤੁਸੀਂ ਕਿਉਂ ਨਹੀਂ ਸਭ ਚੀਜ਼ਾਂ ਆਪਦੇ ਆਪ ਖਰੀਦ ਸਕਦੇ ਹੋ? ਹੁਣ ਸਾਡੇ ਬੱਚੇ ਜੋ ਨੌਜਵਾਨ ਵਰਗ ਆ, ਦੇਖੋ ਗੁੱਸਾ ਆਉਂਦਾ ਵੀ ਨੌਜਵਾਨ ਵਰਗ ਕਿਉਂ ਨਹੀਂ ਉੱਠ ਰਿਹਾ, ਕਿਉਂ ਨਹੀਂ ਉਹ ਸੜਕਾਂ ਤੇ ਆ ਰਹੇ ਵੀ ਹਾਂ ਯਾਰ ਸਾਡੇ ਸਮਾਜ ਦੇ ਵਿੱਚ ਹੋ ਕੀ ਰਿਹਾ। ਇਹਨਾਂ ਨੂੰ ਅੱਜ ਸੋਝ ਨਹੀਂ ਹੈ। ਅਸਲੀ ਅਕਲ ਬੰਦੇ ਨੂੰ 30-35 ਪਲੱਸ ਹੋਣ ਤੋਂ ਬਾਅਦ ਆਉਂਦੀ ਆ ਵੀ ਸਮਾਜ ਦੇਸ਼ ਚੱਲ ਕਿਵੇਂ ਰਿਹਾ। ਠੀਕ ਆ ਜੀ। ਨੰਬਰ 2, ਆਪਣੇ ਜਿਵੇਂ ਹੁਣ ਕੇਜਰੀਵਾਲ ਜੀ ਜਾਂ ਇਹ ਭਗਵੰਤ ਮਾਨ ਜੀ 2-2 ਹਜ਼ਾਰ ਰੁਪਈਆ ਦੇ ਰਹੇ ਆ। ਦੇਖੋ ਮੈਂ ਚਾਹੁੰਦਾ ਸੀ ਵੀ ਆਮ ਅਕਾਲੀ ਹੋਇਆ ਜਾਂ ਕਾਂਗਰਸ ਪਾਰਟੀ ਹੋਈ, ਇਹਨਾਂ ਦੀ ਥਾਂ 'ਤੇ ਇਹਨਾਂ ਨੇ ਠੇਕਾ ਨਹੀਂ ਲਿਆ ਹੈ ਸਾਰੀ ਉਮਰ ਦਾ ਵੀ ਇਹੀ ਦੇਸ਼ ਨੂੰ ਚਲਾਉਣਗੀਆਂ। ਠੀਕ ਆ ਜੀ। ਅਸੀਂ ਚਾਹੁੰਦੇ ਹਾਂ ਵੀ ਕੋਈ, ਮੈਂ ਵੀ ਚਾਹੁੰਦਾ ਸੀ ਵੀ ਆਮ ਆਦਮੀ ਪਾਰਟੀ ਆਊਗੀ, ਕੋਈ ਨਵੀਂ ਸਰਕਾਰ ਬਣੂਗੀ, ਪਰ ਉਹਦੇ ਵਿੱਚ ਵੀ ਤਕਰੀਬਨ 5 ਗਰੰਟੀਆਂ ਦੇ ਵਿੱਚ ਤੁਸੀਂ ਸਾਨੂੰ ਇੱਕ ਵਾਰ ਵੀ ਦੱਸ ਦਿਓ ਵੀ ਉਹਨਾਂ ਨੇ ਕਿਤੇ ਵੀ ਕੋਈ ਰੁਜ਼ਗਾਰ ਦੀ ਗੱਲ ਕਹੀ ਹੋਵੇ। ਰੁਜ਼ਗਾਰ ਦੀ 5ਵੀਂ ਗਰੰਟੀ ਉਹਨਾਂ ਦੀ ਇਹੀ ਆ ਵੀ 1000 ਰੁਪਈਆ। ਠੀਕ ਆ, ਉਹ ਸੋਸ਼ਲ ਜੋ ਸਿਕਿਉਰਿਟੀ ਮੰਨਦੇ ਆ ਵਿਦੇਸ਼ਾਂ ਦੇ ਵਿੱਚ ਦਿੱਤੀ ਜਾਂਦੀ ਆ, ਅਸੀਂ ਉਹਦੇ ਖਿਲਾਫ ਨਹੀਂ ਆ। ਮੰਨ ਲਓ ਦੇਣਗੇ ਵੀ, ਅਸੀਂ ਇਹ ਵੀ ਨਹੀਂ ਕਹਿੰਦੇ ਵੀ ਨਹੀਂ ਦੇਣਗੇ, ਪਰ ਮੈਨੂੰ ਐਂ ਦੱਸੋ ਵੀ ਉਹ ਦੇਣਗੇ ਕਿਉਂ? ਸਾਡੇ ਬੱਚੇ ਜੋ ਨੌਜਵਾਨ ਵਰਗ ਸਾਡੇ ਡੰਡੇ ਪੈ ਰਹੇ ਨੇ, ਚੰਨੀ ਸਾਹਿਬ ਜੋ ਮੌਕੇ ਦੀ ਸਰਕਾਰ ਆ, ਕਾਂਗਰਸ ਸਰਕਾਰ ਆ, ਉਹਨਾਂ ਦੇ ਡੰਡੇ ਮਾਰ ਰਹੀ ਆ, ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ, ਪ੍ਰੋਫੈਸਰਾਂ ਨੂੰ ਵਿਚਾਰਿਆਂ ਨੂੰ, ਉਹਨਾਂ ਨੂੰ ਵੀ ਹੁਣ ਧਰਨੇ ਤੇ ਬੈਠੇ ਨੇ। ਤੇ ਬਈ ਨੌਕਰੀ ਦੀ ਲੋੜ ਹੈ ਕਿਹਨੂੰ? ਸਾਨੂੰ ਹੀ ਆ, ਗਰੀਬ ਵਰਗ ਨੂੰ। ਕਿਉਂ ਨਹੀਂ ਸਾਡੇ ਨੌਜਵਾਨ ਬੱਚੇ ਉੱਠ ਰਹੇ? ਅਸਾਂ ਉਸ ਤੋਂ ਜ਼ਿਆਦਾ ਜੋ ਅਸੀਂ 8 ਦਾਅਵੇ ਕੀਤੇ ਆ ਪੀਪਲਸ ਪਾਰਟੀ ਆਫ ਇੰਡੀਆ ਨੇ, ਉਹ ਤੁਹਾਡੇ ਅੱਗੇ ਮੈਂ ਪਹਿਲਾ ਦਾਅਵਾ ਤਾਂ ਮੈਂ ਤੁਹਾਡੇ ਅੱਗੇ ਰੱਖ ਹੀ ਦਿੱਤਾ ਕਿ ਰੋਜ਼ਗਾਰ ਸਵੇ ਰੋਜ਼ਗਾਰ, ਸਭ ਤਰ੍ਹਾਂ ਦੇ ਅਦਾਰੇ ਅਸੀਂ ਹਰ ਪਿੰਡਾਂ ਦੇ ਵਿੱਚ ਕਰਾਂਗੇ। 10 ਤੋਂ 15 ਲੱਖ ਦੇ ਜੋ ਵੀ ਆ ਰੋਜ਼ਗਾਰ ਜੇਕਰ ਸਾਡੀ ਸਰਕਾਰ ਬਣਦੀ ਆ, ਦੇਖੋ ਬਣਾਉਣੀ ਪੈਣੀ ਆ। ਹੁਣ ਕਈ ਮੇਰੇ ਪਿੰਡ ਪੱਧਰ 'ਤੇ ਵੀ ਕੁਝ ਨੌਜਵਾਨ ਮੇਰੇ ਤੋਂ ਗੁੱਸੇ ਨੇ ਵੀ ਹਾਂ ਕਮਲਜੀਤ, ਦੇਖੋ ਕਮਲਜੀਤ ਮੇਰਾ ਨਾਂ ਜੀ, ਮਾਫੀ ਚਾਹੁੰਦਾ, ਤੇ ਪਿੰਡ ਆ ਮੇਰਾ ਸੋਟੀ ਬੋੜਾ ਅਸਦੁੱਲਾਪੁਰ ਪਿੰਡ ਹੈ ਮੇਰਾ। ਫੌਜ ਦੇ ਵਿੱਚੋਂ ਮੈਂ ਪੈਨਸ਼ਨ ਆਇਆ। ਪੈਨਸ਼ਨ ਆਉਣ ਤੋਂ ਬਾਅਦ ਦੇਸ਼ ਦੇ ਹਾਲਾਤਾਂ ਨੂੰ ਦੇਖ ਕੇ, ਆਪਦੇ ਸਮਾਜਿਕ ਭਾਈਚਾਰੇ ਨੂੰ ਦੇਖ ਕੇ, ਆਪਦੇ ਕੁਝ ਮਿੱਤਰ ਸਾਹਿਬਾਨਾਂ ਦੀ ਮਤਲਬ ਸਹਿਮਤੀ ਨਾਲ ਮੈਂ ਲਾਈਨ ਦੇ ਵਿੱਚ ਆਇਆ ਵਾਂ। ਹਾਂਜੀ, ਦੇਖੋ ਕਹਿੰਦੇ ਹੁੰਦੇ ਨਾ ਦਲਦਲ ਨੂੰ ਸਾਫ਼ ਕਰਨਾ, ਗੰਦਗੀ ਨੂੰ ਸਾਫ਼ ਕਰਨਾ, ਤਾਂ ਗੰਦਗੀ ਦੇ ਵਿੱਚ ਉਤਰਨਾ ਹੀ ਪੈਣਾ। ਜਿੰਨਾ ਚਿਰ ਤੁਸੀਂ ਅੱਗੇ ਨਹੀਂ ਪਹੁੰਚੋਗੇ, ਕੁਛ ਨਹੀਂ ਕਰ ਸਕਦੇ ਸਮਾਜ ਵਾਸਤੇ, ਘਰੇ ਬੈਠੇ ਤੁਸੀਂ ਕੁਛ ਨਹੀਂ ਕਰ ਸਕਦੇ। ਲੋਕ ਕਹਿੰਦੇ ਆ ਭਗਤ ਸਿੰਘ ਉੱਠੇ, ਪਰ ਸਾਡੇ ਘਰੇ ਨਾ ਉੱਠੇ। ਠੀਕ ਹੈ, ਗਵਾਂਢੀਆਂ ਦੇ ਉੱਠੇ, ਕਿਉਂਕਿ ਅਸੀਂ ਆਪਦੇ ਬੱਚਿਆਂ ਨੂੰ ਖੁਦ ਮਾਨਸਿਕ ਹੀ, ਦਿਮਾਗੀ ਹੀ ਨਹੀਂ, ਮਤਲਬ ਮਾਨਸਿਕ ਤੌਰ 'ਤੇ ਹਰ ਤਰ੍ਹਾਂ ਦਾ ਜੋ ਸਰਕਾਰਾਂ ਨੇ ਮੌਕੇ ਦੀਆਂ, ਉਹ ਇਹਨਾਂ ਨੂੰ ਗੁਲਾਮ ਬਣਾ ਰਹੀਆਂ ਨੇ, ਇਹਨਾਂ ਨੂੰ ਅਪਾਹਜ ਕਰ ਰਹੀਆਂ ਨੇ ਘਰੋਂ। ਜੋ ਵੀ ਹੁਣ ਬੱਚਿਆਂ ਨੂੰ ਮੋਬਾਈਲ, ਦੇਖੋ ਮੋਬਾਈਲ ਦੇ ਕਈ ਫਾਇਦੇ ਵੀ ਆ, ਕਈ ਨੁਕਸਾਨ ਇਹ ਆ ਵੀ ਜਦੋਂ ਹੁਣ ਉਹ ਕੰਮ ਕਾਜਾਂ ਤੋਂ ਵਿਹਲੇ ਹੋਏ ਨੇ, WhatsApp 'ਤੇ ਆਹ ਕਰਨਾ ਉਹ ਕਰਨਾ, ਕਹਿਣ ਦਾ ਮਤਲਬ ਜੇ ਬੱਚੇ ਬਿਜੀ ਹੋਣਗੇ, ਰੁਜ਼ਗਾਰ 'ਚ ਉਲਝੇ ਹੋਣਗੇ, ਕੋਈ ਖੇਡਾਂ ਪ੍ਰਤੀ ਆਪਦਾ ਜੀਵਨ ਸਮਰਪਿਤ ਕਰਨਗੇ ਤਾਂ ਦੇਸ਼ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਪਾਉਣਗੇ। ਉਸ ਤੋਂ ਬਾਅਦ ਦੂਸਰੀ ਮਤਲਬ ਅਸੀਂ ਦਾਅਵਾ ਇਹ ਕਰਦੇ ਹਾਂ, ਦੇਖੋ ਅਸੀਂ ਫੌਜੀ ਜੀਵਨ ਨਾਲ ਸੰਬੰਧਿਤ ਹਾਂ। ਤੁਸੀਂ ਬੱਚੇ ਦੀ 10ਵੀਂ ਕਰਵਾਉਣੀ ਆ, 10ਵੀਂ ਤੋਂ ਬਾਅਦ 11ਵੀਂ 12ਵੀਂ ਅਸੀਂ ਕਰਵਾਵਾਂਗੇ। ਜੇਕਰ ਸਾਡੀ ਮੌਕੇ ਦੀ ਸਰਕਾਰ ਆਉਂਦੀ ਆ ਤਾਂ ਅਸੀਂ ਉਹ, ਜਿਵੇਂ ਚਾਈਨਾ ਦੇ ਵਿੱਚ ਸਾਡਾ ਸਕੂਲ ਹੈ, ਉਹਦੇ ਵਿੱਚ ਬੱਚਿਆਂ ਨੂੰ ਦੇਸ਼ ਦੇ ਲਈ ਤਿਆਰ ਕੀਤਾ ਜਾਂਦਾ। ਉਹਨਾਂ ਨੂੰ 5 ਸਾਲ ਦੀ ਟ੍ਰੇਨਿੰਗ ਦਿੱਤੀ ਜਾਂਦੀ ਆ। ਉਹਨਾਂ ਨੂੰ ਇਹ ਸਮਝਾਇਆ ਜਾਂਦਾ ਵੀ ਕੱਲਾ ਜੋ ਦੇਸ਼ ਆ ਇਹ ਫੌਜੀਆਂ ਦਾ ਨਹੀਂ ਆ, ਇਸ ਦੇਸ਼ ਦੇ ਵਸਿੰਦੇ ਜਿੰਨੇ ਵੀ ਨੇ, ਜਿਸ ਦਿਨ ਕਿਸੇ ਦੇਸ਼ ਨਾਲ ਮਨਮੁਟਾਵ ਹੁੰਦਾ, ਕੋਈ ਲੜਾਈ ਲੱਗਦੀ ਆ, ਉਸ ਦਿਨ ਉਹ ਸਾਰੇ ਹੀ ਬੱਚੇ ਜਿਨ੍ਹਾਂ ਨੇ ਟ੍ਰੇਨਿੰਗ ਕਰੀ ਹੋਈ ਆ ਉਹ ਦੇਸ਼ ਦੇ ਨਾਲ ਖੜਨਗੇ ਤੇ ਉਸ ਟ੍ਰੇਨਿੰਗ ਦੇ ਹਿੱਸੇ ਦੇ ਦੌਰਾਨ ਲੜਾਈ ਦੇ ਵਿੱਚ ਜਾਣਗੇ। ਬਿਲਕੁਲ ਸਹੀ ਆ। ਅਸੀਂ ਵੀ ਉਸੇ ਤਰ੍ਹਾਂ ਦੀ ਚਾਹੁੰਦੇ ਆ ਵੀ ਸਾਡੇ ਸਮਾਜ ਦੇ ਬੱਚਿਆਂ ਨੂੰ ਇੱਕ ਤਾਂ ਰੁਜ਼ਗਾਰ, ਨੌਕਰੀਆਂ, ਸਾਰੇ ਤਰ੍ਹਾਂ ਦੀ ਸਿਖਲਾਈ ਉਸ 5 ਸਾਲਾਂ ਦੇ ਦੌਰਾਨ ਅਸੀਂ ਦੇਵਾਂਗੇ। ਉਹਦੇ ਵਿੱਚ ਇਹਨਾਂ ਨੂੰ ਫਿਜ਼ੀਕਲ ਟ੍ਰੇਨਿੰਗ, ਜੋ ਵੀ ਆ ਪੁਲਿਸ ਦੇ ਵਿੱਚ ਸਿਪਾਹੀ ਤੋਂ ਲੈ ਕੇ, ਫੌਜ ਦੇ ਵਿੱਚ ਸਿਪਾਹੀ ਤੋਂ ਲੈ ਕੇ ਅਫਸਰ ਬਣਾਉਣ ਤੱਕ ਦੀ ਜ਼ਿੰਮੇਵਾਰੀ ਸਾਡੀ ਹੋਵੇਗੀ। ਤੁਹਾਡੇ ਬੱਚੇ ਦੀ ਯੋਗਤਾ ਕੀ ਆ, 11ਵੀਂ ਤੋਂ ਬਾਅਦ 12ਵੀਂ ਤੋਂ ਬਾਅਦ ਉਹ ਕੀ ਕਰਨਾ ਚਾਹੁੰਦਾ। ਕਈ ਬੱਚਿਆਂ ਦੇ ਵਿੱਚ ਹੁਨਰ ਹੁੰਦਾ, ਮੈਡੀਕਲ, ਨਾਨ ਮੈਡੀਕਲ, ਕਮਰਸ ਦੀ ਪੜ੍ਹਾਈ ਕਰਕੇ ਕੋਈ ਏਅਰ ਫੋਰਸ ਦੇ ਵਿੱਚ, ਕੋਈ ਨੇਵੀ ਦੇ ਵਿੱਚ, ਕਿਸੇ ਵੀ ਤਰ੍ਹਾਂ ਦੇ ਅਦਾਰਿਆਂ 'ਚ ਜਾਣਾ ਚਾਹੁੰਦਾ, ਉਹਨੂੰ ਹਰ ਤਰ੍ਹਾਂ ਦੀ ਸਿਖਲਾਈ ਜਾਣੀ ਅਸੀਂ ਦੇਵਾਂਗੇ, ਜੋ ਪੀਪਲਸ ਪਾਰਟੀ ਆਫ ਇੰਡੀਆ ਇਹ ਦੇਵੇਗੀ। ਠੀਕ ਹੈ ਜੀ। ਅਤੇ ਜੋ ਬੱਚੇ 12ਵੀਂ ਮਤਲਬ
ਚਲੋ ਕਈ ਬੱਚਿਆਂ ਦਾ ਨਹੀਂ ਹੁੰਦਾ ਹੁਨਰ ਵੀ ਉਹ ਅੱਗੇ ਨਹੀਂ ਪੜ੍ਹ ਸਕਦੇ, ਉਹਨਾਂ ਨੂੰ ਸਵੇ ਰੋਜ਼ਗਾਰ ਦੇ ਅਦਾਰੇ, ਕੋਈ ਵੈਲਡਿੰਗ ਦਾ, ਕੋਈ ਹੋਰ ਕਾਰਪੈਂਟਰੀ ਦਾ, ਜੋ ਵੀ ਹਰ ਤਰ੍ਹਾਂ ਦੇ ਅਦਾਰੇ 5 ਸਾਲਾਂ ਦੇ ਵਿੱਚ ਸਿਖਾ ਕੇ ਅਸੀਂ ਉਹਨਾਂ ਨੂੰ, ਜੋ ਕਿ ਫ੍ਰੀ ਆਫ ਕਾਸਟ ਹੋਵੇਗਾ, ਸਰਕਾਰੀ ਪੱਧਰ ਤੇ ਹੋਵੇਗਾ। ਅਸੀਂ ਚਾਹੁੰਦੇ ਹਾਂ ਵੀ ਬੱਚੇ ਉੱਠਣ, ਸਰਕਾਰਾਂ ਦੇ ਭਰੋਸੇ ਤੇ ਨਾ ਰਹਿਣ। ਕੱਲ੍ਹ ਨੂੰ ਜਦੋਂ 5 ਸਾਲਾਂ ਬਾਅਦ ਟ੍ਰੇਨਿੰਗ ਕਰਕੇ ਸਮਾਜ ਦੇ ਵਿੱਚ ਉਤਰਨ, ਵਿਚਰਨ, ਤਾਂ ਉਹ ਆਪਦੇ ਹੱਕਾਂ ਬਾਰੇ ਜਾਣਨ। ਤੇ ਇਹਨਾਂ 5 ਸਾਲ ਦੀ ਟ੍ਰੇਨਿੰਗ ਦੇ ਦੌਰਾਨ ਅਸੀਂ ਇਹਨਾਂ ਨੂੰ ਸੰਵਿਧਾਨ ਦੀ ਪ੍ਰੋਪਰ ਪੜ੍ਹਾਈ ਵੀ ਕਰਵਾਵਾਂਗੇ ਤੇ ਬਾਬਾ ਅੰਬੇਦਕਰ ਜੀ ਦੇ ਵਿਚਾਰਾਂ ਨਾਲ ਹਰ ਤਰ੍ਹਾਂ ਨਾਲ ਜਾਣੂ ਕਰਾਵਾਂਗੇ। ਉਸ ਤੋਂ ਬਾਅਦ ਸਾਡੀ ਤੀਸਰੀ ਜੋ ਦਾਅਵਾ ਵਾ, ਅਸੀਂ ਕਹਿੰਦੇ ਹਾਂ ਵੀ ਅੱਜ ਦੀ ਜੋ ਮਹਿੰਗਾਈ ਆ, ਦੇਖੋ ਚਾਹੇ ਸਰੋਂ ਦੇ ਤੇਲ ਦੀ ਬੋਤਲ ਆ ਉਹ 120 ਤੋਂ 180 ਤੇ ਚਲੀ ਗਈ ਆ, ਹੈ ਨਾ ਜੀ। ਰੇਟ ਇਹਦਾ ਪਿੱਛੋਂ ਹੀ ਲੱਗ ਕੇ ਆਉਂਦਾ। ਜਦੋਂ ਵੀ ਅਸੀਂ ਕਿਸੇ ਦੁਕਾਨਦਾਰ ਕੋਲ ਜਾਂਦੇ ਹਾਂ, ਅਸੀਂ ਉਹ ਤੋਂ ਖੁਦ ਰੇਟ ਪੁੱਛਦੇ ਹਾਂ, ਅਸੀਂ ਆਪ ਨਹੀਂ ਆਪਦਾ ਰੇਟ ਲਾਉਂਦੇ, ਠੀਕ ਆ ਜੀ। ਉਸੇ ਬਾਬਤ ਹੀ ਅਸੀਂ ਕਹਿੰਦੇ ਹਾਂ ਵੀ ਮਹਿੰਗਾਈ ਦੇ ਹਿਸਾਬ ਨਾਲ ਮਜ਼ਦੂਰ ਦੀ ਘੱਟੋ ਘੱਟ ਇੱਕ ਦਿਨ ਦੀ 8 ਘੰਟਿਆਂ ਦੀ 800 ਰੁਪਇਆ ਮਜ਼ਦੂਰੀ ਹੋਣੀ ਚਾਹੀਦੀ ਆ। ਮਜ਼ਦੂਰ ਵਰਗ ਦਾ ਜਿੱਥੇ ਵੀ ਹੋ ਰਿਹਾ, ਮਜ਼ਦੂਰ ਵਰਗ ਦਾ ਸ਼ੋਸ਼ਣ ਹੋ ਰਿਹਾ। ਕੋਈ ਵੀ ਗੱਲਬਾਤ ਹੁੰਦੀ ਆ, ਸਾਡਾ ਦੇਸ਼ ਵੱਡੀਆਂ ਮਝੈਲਾਂ ਖਰੀਦਣ ਦੇ ਵਿੱਚ ਬੜੇ ਆਪਦੇ ਆਪ ਨੂੰ ਕਹਾਉਂਦੇ ਆ ਵੀ ਹਾਂ ਅਸੀਂ ਆਹ ਖਰੀਦ ਰਿਹਾ, ਉਹ ਖਰੀਦ ਲਿਆ, ਪਰ ਸਾਡਾ ਨੌਜਵਾਨ ਵਰਗ ਤਾਂ ਵਿਚਾਰਾ ਧੱਕੇ ਖਾ ਰਿਹਾ ਘਰਾਂ 'ਚ ਬੈਠਾ। ਇਹਨਾਂ ਨੂੰ ਗਾਈਡਲਾਈਨ ਸਰਕਾਰਾਂ ਨੇ ਦੇਣੀਆਂ, ਇਹਨਾਂ ਨੂੰ ਚੰਗੀਆਂ ਸਹੂਲਤਾਂ ਸਰਕਾਰਾਂ ਨੇ ਦੇਣੀਆਂ, ਜੋ ਸਾਨੂੰ ਨਹੀਂ ਮਿਲ ਰਹੀਆਂ, ਜੋ ਹਾਲਾਤ ਅੱਜ ਦੇ ਨੇ ਮੌਜੂਦਾ, ਠੀਕ ਆ ਜੀ। ਉਸ ਤੋਂ ਬਾਅਦ ਜੋ ਪਿੰਡਾਂ ਦੇ ਵਿੱਚ ਜ਼ਰੂਰਤਮੰਦ ਬਜ਼ੁਰਗ ਨੇ, ਸਾਡੀਆਂ ਮਾਵਾਂ 60-60, 65 ਸਾਲ ਦੇ ਬਜ਼ੁਰਗ, ਜਿਨ੍ਹਾਂ ਨੂੰ ਕੁਝ ਸਾਡੇ ਸਮਾਜ ਦੇ ਜੋ ਗੰਦੀ ਸੋਚ ਦੇ ਬੱਚੇ ਨੇ, ਜੋ ਆਪਣੇ ਮਾਤਾ ਪਿਤਾ ਨੂੰ ਰੋਟੀ ਪਾਣੀ ਨਹੀਂ ਦੇ ਸਕਦੇ, ਕੁਝ ਨਹੀਂ ਕਰ ਸਕਦੇ, ਉਹਨਾਂ ਬਜ਼ੁਰਗਾਂ ਨੂੰ ਅਸੀਂ ਹਰ ਇੱਕ ਪਿੰਡ ਦੇ ਵਿੱਚ ਬਿਰਧ ਆਸ਼ਰਮ ਖੋਲਾਂਗੇ। ਉਹਨਾਂ ਦੇ ਵਿੱਚ ਉਹਨਾਂ ਦਾ ਰੋਟੀ ਪਾਣੀ, ਕੱਪੜਾ, ਸਾਂਭ ਸੰਭਾਲ, ਹਰ ਤਰ੍ਹਾਂ ਦਾ ਮਨੋਰੰਜਨ ਦਾ ਬੰਦੋਬਸਤ ਸਾਡੀ ਪੀਪਲਸ ਪਾਰਟੀ ਆਫ ਇੰਡੀਆ ਡੈਮੋਕ੍ਰੇਟਿਵ ਕਰੇਗੀ। ਅਸੀਂ ਚਾਹੁੰਦੇ ਹਾਂ ਵੀ ਸਾਡਾ, ਦੇਖੋ ਜ਼ਿੰਦਗੀ ਦਾ ਆਖਰੀ ਪੜਾਅ ਹੁੰਦਾ, ਚੌਥਾ ਪੜਾਅ ਜਿਹੜਾ ਅਸੀਂ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ, ਉਹਦੇ ਵਿੱਚ ਇਹੀ ਕਿਹਾ ਗਿਆ ਵਾ ਵੀ ਬੱਚੇ ਸਾਰੀ ਉਮਰ ਬੰਦਾ ਮਾਤਾ ਪਿਤਾ ਕਮਾਉਂਦਾ ਰਹਿੰਦਾ ਵਾ, ਤੇ ਨੌਜਵਾਨ ਬੱਚੇ ਤਾਂ ਪਹਿਲੀ ਗੱਲ ਆ ਸਾਡੇ ਵਿਦੇਸ਼ਾਂ ਨੂੰ ਭੱਜ ਰਹੇ ਨੇ, ਤੇ ਮਾਤਾ ਪਿਤਾ ਇੱਥੇ ਉਮਰ ਦੇ ਹਿਸਾਬ ਨਾਲ ਆਪਦੇ ਧੱਕੇ ਖਾ ਰਹੇ ਨੇ, ਠੀਕ ਆ ਜੀ। ਅਸੀਂ ਚਾਹੁੰਦੇ ਹਾਂ ਵੀ ਉਹਨਾਂ ਨੂੰ ਵੀ ਹਰ ਤਰ੍ਹਾਂ ਦੀਆਂ ਜ਼ਿੰਦਗੀ 'ਚ ਲਾਸਟ ਜਾਣ ਤੋਂ ਪਹਿਲਾਂ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਣ, ਸਭ ਤਰ੍ਹਾਂ ਦੀਆਂ ਮਤਲਬ ਮਨੋਰੰਜਨ ਉਹਨਾਂ ਨੂੰ ਦਿੱਤਾ ਜਾਵੇ। ਉਸ ਤੋਂ ਬਾਅਦ ਪੰਜਵੀਂ ਗਰੰਟੀ ਸਾਡੀ ਇਹ ਆ ਜੀ, ਮਤਲਬ ਦਾਅਵਾ ਸਾਡਾ ਵੀ ਨੌਜਵਾਨ ਵਰਗ ਨੂੰ, ਜੋ ਅੱਜ ਦਾ ਨੌਜਵਾਨ ਵਰਗ ਆ, ਉਹਨਾਂ ਨੂੰ ਖੇਡਾਂ ਲਈ ਖੁਦ ਨਾ ਕਿਤੇ ਵੀ ਕੋਈ ਮੈਦਾਨ ਨਹੀਂ ਹੈ। ਅਸੀਂ ਚਾਹੁੰਦੇ ਹਾਂ ਵੀ ਇਹਨਾਂ ਨੂੰ ਘੱਟੋ ਘੱਟ 4-4 ਬਿੱਘੇ ਖਰੀਦ ਕੇ ਇਹਨਾਂ ਨੂੰ ਖੇਡਾਂ ਦੇ ਮੈਦਾਨ ਦਿੱਤੇ ਜਾਣ, ਤਾਂ ਕਿ ਇਹ ਆਪਦੇ ਖੇਡ ਜਗਤ ਨਾਲ ਜੁੜਨ। ਜ਼ਰੂਰੀ ਨਹੀਂ ਹੈ ਵੀ ਉਹ ਕੋਈ ਦੇਖੋ ਕ੍ਰਿਕਟ ਦੀ ਦੁਨੀਆ ਦੇ ਵਿੱਚ ਕਿੰਨੇ ਹੁਣ ਸਚਿਨ ਤੰਦੂਲਕਰ ਹੋਏ ਨੇ, ਕਿੰਨੇ ਟਾਈਮ ਤੋਂ ਇਸੇ ਲਾਈਨ ਦੇ ਵਿੱਚ ਨੇ। ਯਾਰ ਅਸੀਂ ਚਾਹੁੰਦੇ ਹਾਂ ਵੀ ਹਰ ਇੱਕ ਬੱਚੇ ਨੂੰ ਮੌਕਾ ਮਿਲੇ ਅੱਗੇ ਵਧਣ ਦਾ। ਸਭ ਤਰ੍ਹਾਂ ਦੇ ਸੁਪਨੇ ਹਰ ਇੱਕ ਦੇ ਅੰਦਰ ਹੁੰਦੇ ਨੇ, ਮਨ ਦੇ ਵਿੱਚ, ਵੀ ਅਸੀਂ ਉੱਠਣਾ, ਕੁਝ ਸਮਾਜ ਦੇ ਵਿੱਚ ਕਰਨਾ। ਮਜ਼ਦੂਰ ਇਕੱਲਾ ਮਜ਼ਦੂਰੀ ਵਾਸਤੇ ਪੈਦਾ ਨਹੀਂ ਹੋਇਆ, ਉਹ ਆਪਦਾ ਸਿਰ ਤੇ ਭਾਰ ਢੋਣ ਵਾਸਤੇ ਪੈਦਾ ਨਹੀਂ ਹੋਇਆ। ਉਹਦੇ ਵੀ 100 ਤਰ੍ਹਾਂ ਦੇ ਸੁਪਨੇ ਨੇ, ਉਹ ਪੂਰੇ ਹੋਣਗੇ ਜਦੋਂ ਜੇਬ 'ਚ ਪੈਸਾ ਹੋਊਗਾ, ਉਹਦੀ ਜੇਬ 'ਚ ਰੁਜ਼ਗਾਰ ਹੋਊਗਾ। ਜੇ ਉਹ ਕੁਛ ਕਰੂਗਾ ਤਾਂ ਹੀ ਉਹ ਅੱਗੇ ਵੱਧ ਸਕਦਾ। ਕੁਛ ਨਾ ਕੁਛ ਤਾਂ ਕਰਾਂ, ਮਤਲਬ ਸੋਚਣਾ ਚਾਹੀਦਾ ਨਾ ਸਰਕਾਰਾਂ ਨੂੰ। ਸਾਨੂੰ ਪਹਿਲੀ ਗੱਲ, ਮੈਨੂੰ ਤਾਂ ਕੋਈ ਲੋੜ ਨਹੀਂ ਸੀ ਇਸ ਤਰ੍ਹਾਂ ਦੀ ਐਮਐਲਏ ਦੀਆਂ ਵੋਟਾਂ ਦੇ ਵਿੱਚ ਖੜਨ ਦੀ, ਪਰ ਸਾਡੇ ਸਮਾਜ ਦੇ ਜਿੰਨਾ ਚਿਰ ਆਪਾਂ ਵਿੱਚ ਨਹੀਂ ਵੜਾਂਗੇ ਉਹਨਾਂ ਚਿਰ ਕੋਈ ਹੱਲ ਨਹੀਂ ਹੈ। ਤੇ ਉਸ ਤੋਂ ਬਾਅਦ ਸਾਡੀ ਸੇਵਾਂ ਜੋ ਸਾਡਾ ਦਾਅਵਾ ਵਾ, ਮਜ਼ਦੂਰ ਮੰਡੀਆਂ ਦੇ ਵਿੱਚ ਤੁਸੀਂ ਕਦੇ ਜਾ ਕੇ ਦੇਖਿਓ। ਚਲੋ ਮੇਰੀ ਸਾਰੇ ਮੈਂਬਰਾਂ ਅੱਗੇ ਬੇਨਤੀ ਆ, ਸਮੂਹ ਦੇ ਵਿੱਚ ਜੋ ਵੀ ਨੇ, ਵੀ ਮਜ਼ਦੂਰਾਂ ਦੀ ਕਦੇ ਹਾਲਤ ਜਾ ਕੇ ਦੇਖਿਓ। ਜੋ ਸਾਡੇ ਚਾਚੇ ਤਾਏ ਵਰਗ ਪਰਿਵਾਰ ਦੇ ਨੇ, ਅਸੀਂ ਦੇਖੋ, ਮੈਂ ਖੁਦ ਕਹਿ ਰਿਹਾ, ਮੈਂ ਖੁਦ ਮਜ਼ਦੂਰ ਵਰਗ 'ਚੋਂ ਹਾਂ, ਉਹਨਾਂ ਦੀ ਕਦੇ ਹਾਲਤ ਦੇਖੋ ਜਾ ਕੇ। ਮਜ਼ਦੂਰ ਮੰਡੀਆਂ ਦੇ ਵਿੱਚ ਉਹ ਠੰਡ ਨਾਲ ਕਿਵੇਂ ਟਾਈਮ ਕੱਢਦੇ ਨੇ, ਤੇ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ। ਕੋਈ ਮਿਸਤਰੀ ਵੀ ਉਹਨਾਂ ਨੂੰ ਨਾਲ ਲੈ ਕੇ ਜਾਂਦਾ, ਉਹ ਵੀ ਸਮਾਂ ਉਹਦੇ ਵਿੱਚੋਂ 20-50 ਰੁਪਏ ਉਹਨਾਂ ਦਾ ਕੱਟ ਕੇ ਖਾਣ ਦੀ ਕੋਸ਼ਿਸ਼ ਕਰਦਾ। ਉਹ ਇਹ ਨਹੀਂ, ਮਜ਼ਦੂਰ ਬੰਦਾ ਇੱਕ ਰਾਤ ਦਾ ਮੁਸਾਫਰ ਹੁੰਦਾ, ਉਹਨੇ ਇੱਕ ਰਾਤ ਕੱਟਣੀ ਆ, ਪਰਿਵਾਰ 'ਚ ਆਉਣਾ, ਰੋਟੀ ਵਾਲਾ ਡੱਬਾ ਰੱਖਣਾ। ਉਹ ਵਿਚਾਰਾ ਆ ਕੇ ਬਿਸਤਰੇ 'ਤੇ ਇਸ ਤਰ੍ਹਾਂ ਡਿੱਗਦਾ ਜਿਵੇਂ ਉਹਨੂੰ 4 ਬੰਦਿਆਂ ਨੇ ਤਕਰੀਬਨ ਸਾਰਾ ਦਿਨ ਕੁੱਟਿਆ ਹੋਵੇ। ਉਹਦੀ ਗਲਤੀ ਨਹੀਂ ਹੈ, ਇਹ ਸਰਕਾਰਾਂ ਦੀ ਗਲਤੀ ਹੈ, ਜਿਹੜੀਆਂ ਉਹਨਾਂ ਨੂੰ ਸਹੂਲਤਾਂ ਨਹੀਂ ਦੇ ਰਹੀਆਂ, ਉਹਨਾਂ ਵਾਸਤੇ ਕੁਝ ਸੋਚ ਨਹੀਂ ਰਹੀਆਂ। ਕੋਈ ਵੀ ਆ, ਚਾਹੇ ਨੌਕਰੀਦਾਰ ਆ, ਮਜ਼ਦੂਰ ਵਰਗ ਨੂੰ ਇਸ ਚੀਜ਼ ਦੀ ਲੋੜ ਆ। ਅਸੀਂ ਚਾਹੁੰਦੇ ਹਾਂ ਵੀ ਮਜ਼ਦੂਰ ਮੰਡੀਆਂ ਦੇ ਵਿੱਚ ਸਸਤੀ ਰੋਟੀ ਹੋਵੇ, ਚੰਗੇ ਬਾਥਰੂਮ ਬਣੇ ਹੋਣ, ਜਿੱਥੇ ਉਹ ਆਪਣਾ ਵਧੀਆ ਜੀਵਨ ਬਸਰ ਕਰਦੇ ਹੋਏ ਜਾਂ ਆਪਣੀ ਮਜ਼ਦੂਰੀ ਵਰਗ ਦੇ ਨਾਲ ਜੁੜੇ ਹੋਏ ਹੋਣ ਦੇ ਕਰਕੇ ਇਹ ਨਾ ਹੋਵੇ ਵੀ ਕੱਲ੍ਹ ਨੂੰ ਉਹਨਾਂ ਦੇ ਬੱਚੇ ਵੀ ਜਾਣੀ ਦੁਬਾਰਾ ਮਜ਼ਦੂਰੀ ਵਾਸਤੇ ਤਿਆਰ ਹੋ ਜਾਣ। ਚਲੋ ਛੋਟੀ ਗੱਲ ਹੁਣ ਵਿਚਾਲਾ, ਤੁਸੀਂ ਆਖਰ ਦੇ ਵਿੱਚ ਵੋਟਰਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਆਪਣੇ ਪੀਪਲ ਪਾਰਟੀ ਡੈਮੋਕ੍ਰੇਟਿਕ ਬਾਰੇ? ਤੁਸੀਂ ਕੀ ਕਹਿਣਾ ਚਾਹੋਗੇ ਆਖਰ ਦੇ ਵਿੱਚ ਵੋਟਰਾਂ ਨੂੰ, ਵੀ ਉਹਨਾਂ ਨੂੰ ਕਿੱਦਾਂ ਦੀ ਸਰਕਾਰ ਜਿਹੜੀ ਬਣਾਉਣੀ ਚਾਹੀਦੀ ਹੈ? ਵੋਟਰਾਂ ਅੱਗੇ ਮੇਰੀ ਬੇਨਤੀ ਹੈ ਜੀ, ਦੇਖੋ ਪੀਪਲਸ ਪਾਰਟੀ ਆਫ ਇੰਡੀਆ ਡੈਮੋਕ੍ਰੇਟਿਵ ਵੱਲੋਂ ਬਈ ਉੱਠੋ। ਵੀ ਹੁਣ ਦੇਖੋ 21ਵੀਂ ਸਦੀ ਚੱਲ ਰਹੀ ਆ, ਅੱਜ ਵੀ ਸਾਡੀਆਂ ਮਾਵਾਂ ਵਿਚਾਰੀਆਂ 60-60, 65 ਸਾਲ ਦੀਆਂ ਮਜ਼ਦੂਰੀ ਕਰ ਰਹੀਆਂ, ਕੋਈ ਸੌਲਾਂ ਦੇ ਉੱਤੇ ਸਤਾਰੇ ਲਾ ਰਹੀਆਂ ਨੇ, ਕੋਈ ਲੱਕੜਾਂ ਢੋ ਰਹੀਆਂ ਨੇ। ਗੈਸ ਦਾ ਮੁੱਲ ਹੁਣ ਤੁਹਾਡੇ ਸਾਹਮਣੇ 1000 ਰੁਪਏ ਸਿਲੰਡਰ ਹੋ ਗਿਆ।
ਮੇਰੀ ਬੇਨਤੀ ਹੈ ਸਾਰਿਆਂ ਅੱਗੇ ਵੀ ਥੋੜ੍ਹਾ ਜਿਹਾ ਉੱਠੋ, ਆਪਣੀ ਪਾਰਟੀ ਦੇ ਨਾਲ ਜੁੜੋ। ਕੁਛ ਅਸੀਂ ਸਮਾਜ ਦੇ ਵਿੱਚ ਕੁਛ ਚੰਗਾ ਕਰਨ ਵਾਸਤੇ ਹੀ ਉਤਰੇ ਹਾਂ, ਸਾਨੂੰ ਕੋਈ ਸਵਾਰਥ ਨਹੀਂ ਹੈ। ਤੁਸੀਂ ਸਾਡਾ ਇਮਤਿਹਾਨ ਕਿਤੇ ਵੀ ਲੈ ਸਕਦੇ ਹੋ, ਇਸ ਪ੍ਰਤੀ ਅਸੀਂ ਬਿਲਕੁਲ ਵਫਾਦਾਰ ਹਾਂ। ਧੰਨਵਾਦ ਜੀ। ਇਹ ਸਨ ਪੀਪਲ ਪਾਰਟੀ ਦੇ ਜੋ ਆਪਣੇ ਪੀਪਲਜ਼ ਪਾਰਟੀ ਆਫ ਇੰਡੀਆ ਡੈਮੋਕ੍ਰੈਟਿਕ ਅਮਰਗੜ੍ਹ ਤੋਂ ਜੋ ਐਮਐਲਏ ਦੇ ਕੈਂਡੀਡੇਟ ਹਨ। ਤੁਹਾਨੂੰ ਗੱਲ ਕਰਾਵਾਂਗੇ ਜੋ ਉਹਨਾਂ ਦੇ ਨਾਲ ਬਾਕੀ ਉਹਨਾਂ ਦੇ ਸਪੋਰਟਰ ਹਨ, ਉਹਨਾਂ ਦਾ ਇਸ ਪ੍ਰਤੀ ਕੀ ਕਹਿਣਾ ਹੈ, ਜੋ ਕਿ ਕਮਲਜੀਤ ਸਿੰਘ ਜੀ ਦੇ ਸਪੋਰਟਰ ਹਨ, ਉਹਨਾਂ ਦੀ ਸਪੋਰਟ ਕਰ ਰਹੇ ਨੇ, ਉਹਨਾਂ ਨਾਲ ਉਹਨਾਂ ਦਾ ਇਸ ਪ੍ਰਤੀ ਕੀ ਕਹਿਣਾ। ਹਾਂਜੀ ਭਾਜੀ, ਕੀ ਨਾਮ ਆਪਣਾ? ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ। ਸਭ ਤੋਂ ਪਹਿਲਾਂ ਮੈਂ 28 ਨਿਊਜ਼ ਦਾ ਚੈਨਲ ਦਾ ਧੰਨਵਾਦ ਕਰਦਾ, ਜੋ ਕਿ ਉਹ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਸਾਡੇ ਨਾਲ ਵਿਚਾਰ ਕਰਾਂ। ਤੇ ਅਸੀਂ ਹਲਕਾ ਅਮਰਗੜ੍ਹ ਦੇ ਜੋ ਸਪੋਰਟਰ ਸਾਡੇ ਐਮਐਲਏ ਦੇ ਸਪੋਰਟਰ ਕਮਲਜੀਤ ਸਿੰਘ ਪੀਪਲ ਆਫ ਇੰਡੀਆ ਪਾਰਟੀ ਦੇ ਨਿਯੁਕਤ ਕੀਤੇ ਗਏ ਨੇ, ਇਹਨਾਂ ਦੀ ਅਸੀਂ ਬਹੁਤ ਹੀ ਸਪੋਰਟ ਕਰਦੇ ਹਾਂ ਸਰ। ਤੁਹਾਨੂੰ ਪੱਕਾ ਯਕੀਨ ਹੈ ਵੀ ਤੁਸੀਂ ਇਹਨਾਂ ਦੇ ਨਾਲ ਪਿੰਡ ਪਿੰਡ ਜਾ ਕੇ ਇਹਨਾਂ ਦੇ ਹੱਕ ਦੇ ਵਿੱਚ ਜੋ ਹੈਗਾ ਚੋਣ ਪ੍ਰਚਾਰ ਕਰਕੇ ਇਹਨਾਂ ਨੂੰ ਜਿਤਾ ਕੇ ਅਮਰਗੜ੍ਹ ਤੋਂ ਤੁਸੀਂ ਐਮਐਲਏ ਦੀ ਕੁਰਸੀ ਦਾ ਇਹਨਾਂ ਨੂੰ ਦਾਅਵੇਦਾਰ ਬਣਾਓਗੇ? ਹਾਂਜੀ ਸਰ, ਪੂਰਾ ਇਹਨਾਂ ਦਾ ਸਹਿਯੋਗ ਦੇਵਾਂਗੇ ਸਰ। ਤਨੋ ਮਨੋ ਜੋ ਵੀ ਇਹਨਾਂ ਦੇ ਨਾਲ ਪੂਰੀ ਮਿਹਨਤ ਕਰਾਂਗੇ ਸਰ। ਅਸੀਂ ਆਪਣੀ ਪਾਰਟੀ ਦੇ ਵਾਸਤੇ ਸਰ ਕੰਮ ਕਰਾਂਗੇ ਸਰ। ਜਿਵੇਂ ਤੁਹਾਨੂੰ ਲੱਗਦਾ ਹੈਗਾ ਕਿ ਜਿਵੇਂ ਬਾਹਰ ਤੋਂ ਹੁਣ ਆਪਣੇ ਹਲਕੇ ਦੇ ਵਿੱਚ ਅਕਸਰ ਦੇਖਿਆ ਗਿਆ ਕਿ ਐਮਐਲਏ ਜ਼ਿਆਦਾ ਦੜਬੇ ਤੋਂ ਲਾਇਆ ਗਿਆ, 2 ਵਾਰੀ ਹੋਇਆ ਇੱਥੋਂ, ਪਰ ਉਹ ਸਾਡੇ ਲੋਕਾਂ ਦੀ ਮੁੜ ਕੇ ਸਾਰ ਨਹੀਂ ਪੁੱਛਦਾ ਹੈਗਾ। ਤੁਸੀਂ ਇਹ ਚਾਹੁੰਦੇ ਹੋ ਵੀ ਸਾਡੇ ਹਲਕੇ ਦਾ ਉਮੀਦਵਾਰ ਹੋਵੇ, ਅਸੀਂ ਉਹਨੂੰ ਜਦੋਂ ਮਰਜ਼ੀ ਜਾ ਕੇ ਗੇਟ ਖਾ ਕੇ ਠਾਲ ਲਈਏ, ਇਹ ਤੁਸੀਂ ਇਸੇ ਕਰਕੇ ਇਹਨਾਂ ਦੇ ਨਾਲ ਜੋ ਹੈਗਾ ਜੁੜੇ ਹੋ? ਹਾਂਜੀ ਸਰ, ਅਸੀਂ ਇਹਨਾਂ ਨੂੰ ਇਸੇ ਕਰਕੇ ਹੀ ਜੁੜੇ ਹਾਂ, ਕਿਉਂ ਸਾਡੇ ਮਤਲਬ ਆਉਂਦੇ ਆ 5 ਸਾਲ ਇਹ ਇਲੈਕਸ਼ਨਾਂ ਦੇ ਵਿੱਚ ਵੋਟਾਂ ਦਾ ਹੁਣ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਚੋਣ ਦਾ ਬਿਗਲ ਵੱਜ ਚੁੱਕਿਆ। ਸਾਰੇ ਨੇ ਆਪੋ ਆਪ ਧਾਰ ਲਾਈ ਪਈ ਆ। ਆਮ ਆਦਮੀ ਪਾਰਟੀ ਆਪਦੀ ਕਰ ਰਿਹਾ, ਅਸੀਂ 2000 ਰੁਪਇਆ ਕਿਰਾਇਆ ਦੇਵਾਂਗੇ, ਟਿਕਟਾਂ ਦੇਵਾਂਗੇ, ਪਤਾ ਨਹੀਂ ਉਹਨਾਂ ਨੇ ਕਿਹੜੇ ਕਿਹੜੇ ਦਾਅਵੇ ਕਰ ਰੱਖੇ ਆ। ਸਾਡੇ ਲੋਕਾਂ ਨੂੰ ਇਹ ਨਹੀਂ ਪਤਾ ਵੀ ਆਪਣੀ ਵੋਟ ਦਾ ਅਧਿਕਾਰ ਕੀ ਆ। ਤੁਸੀਂ ਆਪਣੀ ਵੋਟ ਦਾ ਅਧਿਕਾਰ ਪਤਾ ਕਰੋ, ਆਪਣੇ ਜ਼ਮੀਰ ਨੂੰ ਜਗਾਓ। ਇਹਨਾਂ ਫ੍ਰੀ ਦੀਆਂ ਆਦਤਾਂ ਨੂੰ ਮੱਤ ਪਾਓ। ਇਹ ਫ੍ਰੀ ਦੀਆਂ ਆਦਤਾਂ ਬਹੁਤ ਬੁਰੀਆਂ ਹੁੰਦੀਆਂ ਨੇ। ਤੁਸੀਂ ਆਪਣੇ ਹੱਕ ਦੀ ਕਮਾਈ ਉਹਨਾਂ ਤੋਂ ਮਿਹਨਤ ਮੰਗੋ, ਰੁਜ਼ਗਾਰ ਮੰਗੋ। ਤੁਹਾਨੂੰ ਇਹ ਨਹੀਂ ਲੱਗਦਾ ਹੈਗਾ ਵੀ ਜਿਹੜਾ ਫ੍ਰੀ ਵਾਲਾ ਲੋਲੀਪੌਪ ਹੀ ਦੇ ਰਹੇ ਨੇ? ਮੈਂ ਸੁਣਿਆ ਵੀ ਦਿੱਲੀ ਦੇ ਵਿੱਚ ਤਾਂ ਕਦੇ ਕਿਸੇ ਨੂੰ 1000 ਰੁਪਇਆ ਜਾਂ 2000 ਰੁਪਇਆ ਫ੍ਰੀ ਇਹਨਾਂ ਨੇ ਦਿੱਤਾ ਨਹੀਂ ਹੈਗਾ। ਕੀ ਇਹ ਪੰਜਾਬ ਦੇ ਲੋਕਾਂ ਨੂੰ ਭਰਮਾ ਰਹੇ ਨੇ ਵੋਟਾਂ ਕਰਕੇ? ਸਰ ਇਹ ਤੁਸੀਂ ਆਪਾਂ ਦੇਖਦੇ ਹਾਂ ਕਿ ਸਾਰੇ ਹੀ ਇਹੀ ਹਾਲ ਆ। ਦਿੱਲੀ ਦੇ ਲੋਕਾਂ ਨੂੰ ਪੁੱਛ ਕੇ ਕਿਉਂ ਦਿੱਲੀ, ਮੈਂ ਡੇਲੀ ਮਤਲਬ ਫੋਨ ਦੇ ਅਸੀਂ ਦੇਖਦੇ ਹੀ ਰਹਿੰਦੇ ਹਾਂ, ਖਬਰਾਂ ਵੀ ਸੁਣਦੇ ਹਾਂ। ਦਿੱਲੀ ਦੇ ਲੋਕ ਇੰਨਾ ਪਰੇਸ਼ਾਨ ਨੇ, ਉੱਥੇ ਦਿੱਲੀ ਦੇ ਵਿੱਚ ਕਿਉਂ ਨਹੀਂ ਇਹ ਲੋਕਾਂ ਨੂੰ ਦੇ ਸਕਦੇ? ਤੇ ਪੰਜਾਬ ਦੇ ਵਿੱਚ ਹੀ ਕਿਉਂ ਆਉਂਦੇ ਨੇ? ਆਪਦੇ ਦਿੱਲੀ ਦਾ ਤੁਸੀਂ ਆਪਣੇ ਸੁਧਾਰ ਕਰੋ। ਅਸੀਂ ਪੰਜਾਬ ਦੇ ਵਿੱਚ ਸਾਡੇ ਲੋਕ ਬਥੇਰੇ ਆ, ਪੜ੍ਹੇ ਲਿਖੇ ਲੋਕ ਨੇ। ਤੁਸੀਂ ਆਪਣੇ ਆਪ ਇੱਧਰ ਆਪਣੇ ਪੰਜਾਬ ਦੀ ਜ਼ਿੰਮੇਵਾਰੀ ਲੈਣਗੇ, ਸਾਡੇ ਹਲਕੇ ਦੀ। ਸਾਡੇ ਵੀ ਯੂਥ ਪੜ੍ਹਿਆ ਲਿਖਿਆ, ਸਾਡੇ ਲੋਕਾਂ ਦੇ ਵਿੱਚ ਕੀ ਕਮੀ ਆ ਸਰ? ਤੁਸੀਂ ਆਖਰ ਦੇ ਵਿੱਚ ਵੋਟਰਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ, ਕੀ ਅਪੀਲ ਕਰਨੀ ਚਾਹੋਗੇ ਤੁਸੀਂ ਕੈਂਡੀਡੇਟ ਦੇ ਹੱਕ ਦੇ ਵਿੱਚ? ਮੈਂ ਵੋਟਰਾਂ ਨੂੰ ਸਭ ਤੋਂ ਵੱਧ ਇਹੀ ਕਹਿਣਾ ਵੀ ਤੁਸੀਂ ਆਪਣਾ ਜ਼ਮੀਰ ਜਗਾਓ, ਆਪਣੀ ਵੋਟ ਨੂੰ ਵੇਚਿਓ ਨਾ। ਇਹ दारू ਦੇ ਚੱਕਰ 'ਚ ਨਾ ਪਿਓ, ਪੈਸੇ ਦੇ ਚੱਕਰ 'ਚ ਨਾ ਪਿਓ। ਉਹਨਾਂ ਤੋਂ ਰੁਜ਼ਗਾਰ ਮੰਗੋ, ਮਿਹਨਤ ਕਰੋ, ਮਿਹਨਤ ਹੱਕ ਸੱਚ ਦੀ ਖਾਓ। ਡਾਕਟਰ ਭੀਮ ਰਾਓ ਅੰਬੇਦਕਰ ਜੀ ਕਹਿੰਦੇ ਨੇ ਵੀ ਆਪਣੀ ਮਿਹਨਤ ਪੜ੍ਹੋ, ਸੁਣੋ, ਸੰਘਰਸ਼ ਕਰੋ। ਜ਼ਿੰਦਗੀ ਦੇ ਵਿੱਚ ਤੁਸੀਂ ਆਪਣੀ ਮਿਹਨਤ ਕਰਦੇ ਰਹੋ, ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਓ, ਉਹਨਾਂ ਦੇ ਮਤਲਬ ਪੜ੍ਹਾਈ ਦੇ ਉੱਪਰ ਪੈਸਾ ਖਰਚ ਕਰੋ ਉਹਨਾਂ ਦੇ ਉੱਪਰ। ਤੇ ਮੈਂ ਹਲਕਾ ਆਪਣੇ ਅਮਰਗੜ੍ਹ ਦੇ ਕੈਂਡੀਡੇਟ ਕਮਲਜੀਤ ਦੀ ਅਸੀਂ ਪੂਰੀ ਸਪੋਰਟ ਕਰਾਂਗੇ। ਦੁਬਾਰਾ ਫਿਰ ਮੈਂ ਇੱਕ ਵਾਰੀ ਕਹਿਣਾ ਵੋਟਰਾਂ ਨੂੰ ਵੀ ਭਾਈ ਇਹਨਾਂ ਨੂੰ ਆਪਣੀ ਮਿਹਨਤ ਹੱਕ ਸੱਚ ਦੀ ਕਮਾਈ ਕਰਕੇ ਖਾਣ ਦੀ ਆਦਤ ਪਾਓ। ਫ੍ਰੀ ਦੇ ਲੋਲੀਪੌਪਾਂ ਦੇ ਵਿੱਚ ਨਾ ਪਾਓ। ਕਿਸੇ ਨੇ ਤੁਹਾਨੂੰ ਕੁਝ ਨਹੀਂ ਦੇਣਾ। ਸਾਡੇ ਪਿੰਡ ਵੀ ਅਸੀਂ ਵੀ ਦੇਖਦੇ ਰਹਿੰਦੇ ਹਾਂ, 5 ਸਾਲਾਂ ਤੋਂ ਹਜੇ ਤੱਕ ਕੋਈ ਵੀ ਕੈਂਡੀਡੇਟ ਆ ਕੇ ਨਹੀਂ ਵੜਿਆ ਹੈਗਾ ਜੋ ਕਿ ਹੁਣ ਸਾਨੂੰ ਆ ਕੇ 1-2 ਦਿਨ ਆ ਕੇ ਪਹਿਲਾਂ ਆ ਕੇ ਸਾਡੇ ਉੱਪਰ ਦਾਰੂ ਦੀਆਂ ਵੀ ਉਹ ਕਹਿਣਗੇ, ਰਿਸ਼ਵਤ ਦੇਣਗੇ, ਠੀਕ ਹੈ, ਪੈਸਾ ਵੀ ਸੁੱਟਣਗੇ। ਪਰ ਤੁਸੀਂ ਇਹਨਾਂ ਝਮੇਲਿਆਂ ਦੇ ਵਿੱਚ ਨਾ ਪਿਓ, ਹੱਕ ਸੱਚ ਤੇ ਖੜੋ, ਆਪਣੇ ਜ਼ਮੀਰ ਦੇ ਨਾਲ ਸੰਘਰਸ਼ ਕਰੋ। ਬਾਪੂ ਜੀ, ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਬੇਟੇ ਦੇ ਹੱਕ ਦੇ ਵਿੱਚ ਇਹਨਾਂ ਨੇ ਚੋਣ ਲੜਨ ਦਾ ਜੋ ਉਪਰਾਲਾ ਕੀਤਾ, ਕੀ ਕਹਿਣਾ ਚਾਹੋਗੇ? ਮੈਂ ਇਹ ਚਾਹੁੰਦਾ ਵੀ ਜੋ ਇਹ ਗੱਲ ਕਰਦਾ ਜਾਂ ਫੌਜ 'ਚੋਂ ਵੀ ਆਇਆ, ਬਿਲਕੁਲ ਇਹ ਜੋ ਕਹਿੰਦਾ ਖੜਿਆ ਵਾ ਵੋਟਾਂ ਦੇ ਵਿੱਚ, ਇਹ ਸਹੀ ਉਤਰੂਗਾ। ਮੈਂ ਸਹੁੰ ਖਾ ਕੇ ਤਿਆਰ ਹਾਂ ਵਾਹਿਗੁਰੂ ਬਾਬੇ ਨਾਨਕ ਦੀ। ਕਿਉਂ ਇਹ ਸਾਨੂੰ ਸ਼ੱਕ ਪਿੱਛੇ ਛੱਡਦੇ, ਪਰ ਲੋਕਾਂ ਨੂੰ ਨਹੀਂ ਪਿੱਛੇ ਛੱਡਦਾ ਹੈਗਾ, ਜਿਹੜੇ ਇਹਦੀ ਮਿਲਣਗੇ। ਠੀਕ ਹੈ। ਇਹਦਾ ਨੰਬਰ ਮੇਰਾ ਬਹੁਤੀਆਂ ਗੱਲਾਂ ਨਹੀਂ ਮੈਂ ਕਰਦਾ। ਮੇਰਾ ਲੜਕਾ ਕਮਲਜੀਤ ਆ, ਅਮਰਗੜ੍ਹ ਹਲਕੇ ਤੋਂ ਖੜਾ ਵਾ। ਇਹ 85-86 ਪਿੰਡ ਨੇ ਤਕਰੀਬਨ, ਜਿਨ੍ਹਾਂ ਦੇ ਵਿੱਚ ਅਸੀਂ ਫੇਰੀ ਪਾਉਣੀ ਆ। ਹਾਂਜੀ, ਇਹ ਚੰਗੇ ਮਾੜੇ ਸਾਰੇ ਵਾਹਿਗੁਰੂ ਨੂੰ ਯਾਦ ਰੱਖ ਕੇ ਤੁਸੀਂ ਇਹਦਾ ਸਤਿਕਾਰ ਕਰਦੇ ਹੋ। ਬਾਕੀ ਇਹ ਤੁਹਾਡਾ ਜ਼ਰੂਰ ਕਰੂਗਾ। ਮੇਰੇ ਇਹ ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਦਾ ਕਹਿਣਾ ਸੀ ਕਿ ਜੋ ਸਾਡਾ ਲੜਕਾ ਕਮਲਜੀਤ ਸਿੰਘ ਪੀਪਲਜ਼ ਪਾਰਟੀ ਆਫ ਡੈਮੋਕ੍ਰੈਟਿਕ ਵੱਲੋਂ ਐਮਐਲਏ ਦੇ ਕੈਂਡੀਡੇਟ ਪਾਰਟੀ ਵੱਲੋਂ ਉਸਾਰੇ ਗਏ ਨੇ। ਇਹ ਜੋ ਹੈਗੇ ਨੇ ਪਬਲਿਕ ਦੀਆਂ ਜੋ ਉਮੀਦਾਂ ਦੇ ਖਰੇ ਉਤਰਨਗੇ, ਪਬਲਿਕ ਦੇ ਵਿੱਚ ਵਿਚਰਦੇ ਰਹਿਣਗੇ। ਸੋ ਅਸੀਂ ਵੀ ਆਸ ਕਰਦੇ ਹਾਂ ਕਿ ਪ੍ਰਮਾਤਮਾ ਇਹਨਾਂ ਨੂੰ
ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਐਮਐਲਏ ਦਾ ਸਿਹਰਾ ਦੇ ਕੇ ਇਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਪਹੁੰਚਦੇ ਕਰਨ ਜੀ। ਦੇਖਦੇ ਰਹੋ ਸਾਡਾ ਚੈਨਲ ਨਿਊਜ਼ 28 ਟੀਵੀ ਪੰਜਾਬ। ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਬਸਕ੍ਰਾਈਬ ਕਰੋ ਜੀ। ਧੰਨਵਾਦ ਜੀ।